ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਸਾਨੂੰ ਇੱਕ ਨਾਲ ਜੋੜਦੀ ਹੈ। ਇੱਕ ਦਾ ਹਿੱਸਾ ਕਿਵੇਂ ਹੋਈਦਾ ਹੈ ਉਸ ਬਾਰੇ ਮਨ ਨੂੰ ਭੇਜ ਦਿੰਦੀ ਹੈ। ਗੁਰੂ ਸਾਹਿਬ ਨੇ ਜਿੱਥੇ ਰੱਬ ਬਾਰੇ ਫਰਮਾਇਆ ਕਿ ਉਹ ਕੀ ਹੈ, ਕਿਹੜੇ ਉਸ ਅੰਦਰ ਗੁਣ ਹਨ ਅਤੇ ਅਸੀਂ ਕਿਉਂ ਉਸ ਨਾਲ ਇੱਕ ਨਹੀਂ ਹੋ ਪਾਉਂਦੇ, ਉਸ ਬਾਰੇ ਗੁਰੂ ਸਾਹਿਬ ਨੇ ਬੜਾ ਹੀ ਸੋਹਣਾ ਸਮਝਾਇਆ। ਅਤੇ ਉਸ ਤੋਂ ਬਾਅਦ ਅਸੀਂ ਕਿੰਜ ਉਸ ਨਾਲ ਇੱਕ ਹੋ ਸਕਦੇ ਹਾਂ, ਮਿਲ ਸਕਦੇ ਹਾਂ, ਉਸ ਬਾਰੇ ਪੌੜੀ ਦਰ ਪੌੜੀ ਗੁਰੂ ਸਾਹਿਬ ਸਮਝਾਉਂਦੇ ਆ ਰਹੇ ਹਨ। ਅਤੇ ਜਿਵੇਂ ਕਿ ਪਿਛਲੀ ਪੌੜੀਆਂ ਅੰਦਰ ਸੁਣਨ ਬਾਰੇ ਗੁਰੂ ਸਾਹਿਬ ਨੇ ਸਮਝਾਇਆ, ਇਸ ਤੋਂ ਬਾਅਦ ਹੁਣ ਗੁਰੂ ਸਾਹਿਬ ਮੰਨਣ ਬਾਰੇ, ਭਾਵ ਅਕਾਲ ਪੁਰਖ ਨੂੰ, ਉਸ ਦੇ ਗੁਣਾਂ ਨੂੰ ਮੰਨਣ ਬਾਰੇ ਸਮਝਾ ਰਹੇ ਹਨ। ਅਤੇ ਮੰਨਣ ਦੀਆਂ 4 ਪੌੜੀਆਂ ਵਿੱਚੋਂ ਜੋ ਆਖਰੀ ਪੌੜੀ ਹੈ ਉਸ ਦੀ ਵਿਚਾਰ ਅੱਜ ਅਸੀਂ ਕਰਨ ਜਾ ਰਹੇ ਹਾਂ। ਪਿਛਲੀਆਂ ਪੌੜੀਆਂ ਦੀ ਵਿਚਾਰ ਪਹਿਲਾਂ ਆਪਾਂ ਕਰ ਚੁੱਕੇ ਹਾਂ। ਇਹ 15 ਨੰਬਰ ਪੌੜੀ ਹੈ ਜਿਸ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸਮਝਣ ਦਾ ਯਤਨ ਕਰਦੇ ਹਾਂ, ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੰਨੈ ਪਾਵਹਿ ਮੋਖ ਦੁਆਰ। ਮੋਖ ਭਾਵ ਮੋਕਸ਼, ਮੁਕਤੀ। ਮੋਖ ਦੁਆਰ ਭਾਵ ਮੁਕਤੀ ਦਾ ਦਰਵਾਜ਼ਾ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਮਨ ਵਿੱਚ ਰੱਬੀ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਮੁਕਤੀ ਦਾ ਰਾਹ ਲੱਭ ਲੈਂਦਾ ਹੈ। ਪਰ ਮੁਕਤ ਹੋਣਾ ਕਿਸ ਤੋਂ ਹੈ? ਉਹ ਹੈ ਕਿ ਜਿਸ ਨੇ ਸਾਨੂੰ ਬੰਨਿਆ ਹੋਇਆ ਹੈ। ਗੁਰੂ ਪਿਆਰੇ, ਗੁਰੂ ਸਾਹਿਬ ਨੇ ਬਾਣੀ ਅੰਦਰ ਬਹੁਤ ਵਾਰ ਫਰਮਾਇਆ ਹੈ ਕਿ ਮਨ ਨੂੰ ਜਿਨ੍ਹਾਂ ਨੇ ਬੰਨਿਆ ਹੈ ਜਾਂ ਗੁਲਾਮ ਬਣਾ ਕੇ ਰੱਖਿਆ ਹੈ ਉਹ ਹਨ ਵਿਕਾਰ, ਮਾੜੇ ਵਿਚਾਰ, ਉਹ ਵਿਚਾਰ ਜੋ ਇੱਕ ਤੋਂ ਦੂਰ ਕਰਨ। ਇਹ ਔਗਣ, ਇਹ ਮਾਇਆ ਹੀ ਸਾਡੇ ਗਲੇ 'ਚ ਪਈ ਹੋਈ ਗੁਲਾਮੀ ਹੈ। ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿਵੇਂ ਜਿਵੇਂ ਔਗਣ ਵੱਧਦੇ ਜਾਂਦੇ ਹਨ ਉਨੀਆਂ ਗਲੇ ਵਿੱਚ ਜੰਜੀਰਾਂ ਪੈਂਦੀਆਂ ਜਾਂਦੀਆਂ ਹਨ। ਜਿੰਨਾ ਵੱਧ ਅਸੀਂ ਔਗਣਾਂ ਨਾਲ ਪੜਦੇ ਹਾਂ ਉਨੇ ਹੋਰ ਜ਼ਿਆਦਾ ਇਹ ਔਗਣ ਸਾਨੂੰ ਗੁਲਾਮ ਬਣਾ ਕੇ ਰੱਖਦੇ ਹਨ। ਇਸ ਕਰਕੇ ਜਦ ਔਗਣਾਂ ਨਾਲ ਜਿਉਂਦੇ ਹਾਂ ਤਾਂ ਦੁੱਖ ਪਾਉਂਦੇ ਹਾਂ, ਚਿੰਤਾ ਅੰਦਰ ਰਹਿੰਦੇ ਹਾਂ, ਨਿੰਦਕ ਬਣਦੇ ਹਾਂ, ਕ੍ਰੋਧੀ ਬਣਦੇ ਹਾਂ। ਇਹ ਭੈੜ ਸਿਰਫ ਇਸ ਲਈ ਕਿਉਂਕਿ ਗੁਲਾਮ ਹਾਂ ਔਗਣਾਂ ਦੇ, ਵਿਕਾਰਾਂ ਦੇ। ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਨਾਂ ਤੋਂ ਆਜ਼ਾਦ ਹੋਇਆ ਜਾ ਸਕਦਾ ਹੈ ਜੇ ਗੁਰਬਾਣੀ ਰਾਹੀਂ ਨਾਮ ਨੂੰ ਮਨ ਅੰਦਰ ਵਸਾ ਲਿਆ ਜਾਏ ਤਾਂ ਮਨ ਇਹਨਾਂ ਤੋਂ ਛੁੱਟ ਜਾਂਦਾ ਹੈ। ਜਦ ਮਨ ਅੰਦਰ ਗੁਣ ਹੋਵਣ ਤਾਂ ਔਗਣਾਂ ਦੀਆਂ ਜੰਜੀਰਾਂ ਆਪਣੇ ਆਪ ਕੱਟੀਆਂ ਜਾਂਦੀਆਂ ਹਨ। ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਜੇ ਮਨ ਵਿੱਚ ਅਕਾਲ ਪੁਰਖ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਕੂੜ ਤੋਂ, ਭਾਵ ਵਿਕਾਰਾਂ ਤੋਂ, ਔਗਣਾਂ ਤੋਂ, ਮਾਇਆ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦਾ ਹੈ। ਸੋ ਲੋੜ ਹੈ ਤਾਂ ਮਨ ਨੂੰ ਗੁਰੂ ਦੇ ਲੜ ਲਾਉਣ ਦੀ। ਗੁਰੂ ਨਾਲ ਜੁੜਿਆ ਹੀ ਮਨ ਆਜ਼ਾਦ ਹੋ ਜਾਂਦਾ ਹੈ। ਆਜ਼ਾਦੀ ਹੈ ਆਨੰਦ, ਮਨ ਦਾ ਸੁੱਖ, ਮਨ ਦਾ ਚੈਨ, ਮਨ ਦਾ ਇੱਕ ਨਾਲ ਜੁੜਨਾ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਮੰਨੈ ਪਰਵਾਰੈ ਸਾਧਾਰ। ਸਾਧਾਰ ਤੋਂ ਭਾਵ ਹੈ ਜੋ ਆਧਾਰ ਸਹਿਤ ਹੋਵੇ, ਜਾਂ ਜਿਵੇਂ ਕੋਈ ਚੀਜ਼ ਕਿਸੇ ਦੇ ਆਸਰੇ ਖੜੀ ਹੋਵੇ। ਤਾਂ ਮਨ ਜੋ ਕਿ ਰੱਬ ਦੇ ਆਸਰੇ ਹੈ ਉਹ ਆਪ ਤਾਂ ਇੱਕ ਨਾਲ ਇੱਕ ਹੋਇਆ ਹੀ ਹੈ, ਅਤੇ ਜੋ ਉਸ ਨਾਲ ਜੁੜਿਆ ਹੋਇਆ ਪਰਿਵਾਰ ਹੈ ਉਹ ਵੀ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ। ਗੁਰੂ ਪਿਆਰੋ, ਜਿਸ ਦਾ ਆਧਾਰ ਰੱਬ ਹੋਵੇ ਉਸ ਦੇ ਸਾਰੇ ਸਾਧਾਰ ਵੀ ਇੱਕ ਨਾਲ ਆਪਣੇ ਆਪ ਜੁੜਦੇ ਚਲੇ ਜਾਂਦੇ ਹਨ। ਫਿਰ ਪਰਿਵਾਰ ਭਾਵੇਂ ਸਰੀਰਕ ਹੈ, ਆਤਮਿਕ ਜਾਂ ਸਾਡੇ ਗਿਆਨ ਤੇ ਕਰਮ ਇੰਦਰੀ। ਜਦ ਮਨ ਠੀਕ ਹੋ ਜਾਏ, ਮਨ ਭਾਵ ਜਿੱਥੇ ਸਾਰੇ ਵਿਚਾਰ ਰਹਿੰਦੇ ਹਨ, ਜਦ ਮਨ ਕੂੜ ਨਾਲ ਜੁੜਿਆ ਹੁੰਦਾ ਤਾਂ ਉਸ ਦਾ ਪਰਿਵਾਰ ਭਾਵ ਵਿਚਾਰ ਵੀ ਕੂੜ ਹੋ ਜਾਂਦੇ ਹਨ। ਇਸੇ ਕਰਕੇ ਅਸੀਂ ਉਦੋਂ ਨਿੰਦਕ, ਕਾਮੀ, ਲੋਭੀ ਜਾਂ ਕ੍ਰੋਧੀ ਆਦਿ ਹੁੰਦੇ ਹਾਂ ਜਦ ਕੂੜ ਵਰਗੇ ਮੈਂਬਰ ਮਨ ਦੇ ਘਰੇ ਹੋਵਣ। ਅਤੇ ਜਦ ਮਨ ਸੱਚ ਨਾਲ ਜੁੜਦਾ ਹੈ, ਨਾਮ ਨਾਲ ਜੁੜਦਾ ਹੈ, ਆਪਣੇ ਆਪ ਨੂੰ ਨਿਰੰਕਾਰ ਨਾਲ ਜੋੜ ਕੇ ਗੁਣਾਂ ਨਾਲ ਭਰਦਾ ਹੈ, ਤਾਂ ਫਿਰ ਮਨ ਆਪ ਤਾਂ ਸੁਧਰਦਾ ਹੀ ਹੈ ਪਰ ਨਾਲ ਉਸ ਦਾ ਪੂਰਾ ਪਰਿਵਾਰ ਵੀ ਸਹੀ ਹੋ ਜਾਂਦਾ ਹੈ। ਫਿਰ ਅਸੀਂ ਨਿੰਦਕ ਨਹੀਂ ਰਹਿੰਦੇ, ਸੱਚੇ ਬਣ ਜਾਂਦੇ ਹਾਂ, ਕਾਮੀ ਨਹੀਂ ਬਣਦੇ, ਵਿਸ਼ਵਾਸੀ ਬਣਦੇ ਹਾਂ, ਲੋਭੀ ਨਹੀਂ ਬਣਦੇ, ਸੰਤੋਖੀ ਬਣਦੇ ਹਾਂ, ਸੱਚ ਵਾਲੇ, ਦਇਆ ਵਾਲੇ, ਧਰਮ ਵਾਲੇ। ਤਾਂ ਮਨ ਜਦ ਆਪ ਜੁੜਦਾ ਹੈ ਤਾਂ ਮਨ ਨਾਲ ਜੁੜੇ ਜਿੰਨੇ ਵੀ ਅੰਦਰੇ ਪਰਿਵਾਰ ਰੂਪ ਵਿੱਚ ਹੁੰਦੇ ਹਨ ਉਹ ਵੀ ਤਰ ਜਾਂਦੇ ਹਨ। ਫਿਰ ਮਨ ਦਾ ਦੇਖਣਾ, ਸੁਣਨਾ, ਬੋਲਣਾ, ਪੜ੍ਹਨਾ ਸਭ ਠੀਕ ਹੋ ਜਾਂਦਾ। ਇਸ ਲਈ ਗੁਰੂ ਪਾਤਸ਼ਾਹ ਇਸ ਤੋਂ ਅੰਦਰ ਫਰਮਾਉਂਦੇ ਹਨ ਕਿ ਜਦ ਮਨ ਦੀ ਲਗਨ ਨਾਮ ਵਿੱਚ ਲੱਗ ਜਾਏ ਤਾਂ ਫਿਰ ਇਹ ਪਰਿਵਾਰ ਨੂੰ ਵੀ ਤਾਰ ਦਿੰਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੰਨੈ ਤਰੈ ਤਾਰੇ ਗੁਰ ਸਿੱਖ। ਭਾਵ ਗੁਰੂ ਦੀ ਗੁਰੂ ਸਰੂਪ ਸਿੱਖਿਆ ਨੂੰ ਮੰਨ ਲਏ ਜਾਣ ਸਦਕਾ ਜਗਿਆਸੂ ਆਪ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਅਤੇ ਗੁਰੂ ਸਿੱਖਿਆ ਦੇ ਪ੍ਰਸਾਰ ਦੁਆਰਾ ਹੋਰਨਾਂ ਨੂੰ ਵੀ ਤਾਰ ਦਿੰਦਾ ਹੈ। ਇੱਥੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਦੂਜਿਆਂ ਨੂੰ ਉਹੀ ਤਾਰਦਾ ਹੈ ਜੋ ਆਪ ਤਰਿਆ ਹੋਵੇ, ਜਿਸ ਨੇ ਆਪ ਮੰਨ ਲਿਆ ਹੋਵੇ।
ਅਤੇ ਇਸ ਦੇ ਉਲਟ ਜੇ ਕੋਈ ਸਿਰਫ ਸੁਣ ਕੇ ਜਾਂ ਕੁਝ ਪੜ੍ਹ ਕੇ ਸਿੱਖਿਆ ਸਿਖਾਇਆ ਬੋਲਦਾ ਹੈ ਤਾਂ ਉਸ ਦਾ ਅਸਰ ਬਾਕੀ ਮਨਾਂ ਤੇ ਨਹੀਂ ਹੁੰਦਾ, ਕਿਉਂਕਿ ਉਸ ਦੇ ਬੋਲ ਸਿਰਫ ਦਿਮਾਗ ਵਿੱਚੋਂ ਨਿਕਲਦੇ ਹਨ। ਉਹਨਾਂ ਅੰਦਰ ਜਾਨ ਨਹੀਂ ਹੈ, ਵਜਨ ਨਹੀਂ ਹੈ, ਉਹਨਾਂ ਅੰਦਰ ਨਾ ਪਿਆਰ ਹੈ ਨਾ ਨਾਮ ਹੈ। ਇਸ ਲਈ ਹੋਰ ਮਨਾਂ ਤੱਕ ਇਹਨਾਂ ਸ਼ਬਦਾਂ ਦੀ ਪਹੁੰਚ ਨਹੀਂ ਹੁੰਦੀ। ਅਤੇ ਇੱਕ ਪਾਸੇ ਉਹ ਮਨ ਹੁੰਦੇ ਹਨ ਜੋ ਤੁਰ ਅੰਦਰ ਤੱਕ ਰੱਬੀ ਨਾਮ ਨਾਲ, ਗੁਰੂ ਸਾਹਿਬ ਦੀ ਬਾਣੀ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ਨੇ ਸਿਰਫ ਪੜ੍ਹਿਆ ਹੀ ਨਹੀਂ, ਮੰਨਿਆ ਵੀ, ਖੋਜਿਆ ਵੀ, ਪਾਇਆ ਵੀ। ਅਤੇ ਫਿਰ ਉਹ ਜਦ ਬੋਲਦੇ ਹਨ ਤਾਂ ਉਹ ਸਿਰਫ ਬੋਲ ਹੀ ਨਹੀਂ ਹੁੰਦੇ, ਬੋਲਾਂ ਦੇ ਨਾਲ ਮਨ ਜੁੜਿਆ ਹੁੰਦਾ ਹੈ, ਇੱਕ ਇੱਕ ਅੰਗ ਜੁੜਿਆ ਹੁੰਦਾ ਹੈ ਜੋ ਪੂਰੀ ਤਰ੍ਹਾਂ ਨਾਲ ਜੁੜ ਕੇ ਅੰਗ ਸੰਗ ਅਕਾਲ ਪੁਰਖ ਨੂੰ ਜਾਣ ਕੇ ਬੋਲਦਾ ਹੈ, ਕਰਮ ਕਰਦਾ ਹੈ। ਤਾਂ ਉਸ ਦਾ ਅਸਰ ਦੂਜੇ ਮਨਾਂ ਤੇ ਜ਼ਰੂਰ ਹੁੰਦਾ ਹੈ। ਕਿਉਂਕਿ ਇਹਨਾਂ ਬੋਲਾਂ ਪਿੱਛੇ ਹਉਮੈ ਨਹੀਂ ਹੈ, ਲੋਭ ਨਹੀਂ ਹੈ, ਗਿਆਨ ਦਾ ਹੰਕਾਰ ਵੀ ਨਹੀਂ ਹੈ। ਬੋਲਾਂ ਪਿੱਛੇ ਬਸ ਪਿਆਰ ਹੈ, ਨਾਮ ਹੈ, ਹੁਕਮ ਹੈ। ਇਸ ਲਈ ਮਨ ਜਦ ਪੂਰੀ ਤਰ੍ਹਾਂ ਨਾਲ ਜੁੜ ਕੇ ਮੰਨ ਕੇ ਚੱਲਦਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਆਪ ਵੀ ਤਰਦਾ ਹੈ ਅਤੇ ਗੁਰੂ ਦੀ ਸਿੱਖਿਆ ਨਾਲ ਹੋਰਨਾਂ ਨੂੰ ਵੀ ਤਾਰਦਾ ਹੈ, ਬਾਕੀਆਂ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਲਾ ਦਿੰਦਾ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੰਨੈ ਨਾਨਕ ਭਾਵੈ ਨਾ ਭਿਖ। ਭਵੈ ਭਾਵ ਪਾਉਣਾ, ਦਰ ਦਰ ਤੇ ਜਾਣਾ, ਭਿਖ ਭਾਵ ਭਿਖਿਆ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਮਨ ਨਾਮ ਵਿੱਚ ਪਤੀਜ ਜਾਏ, ਹੇ ਨਾਨਕ, ਉਹ ਮਨ ਫਿਰ ਧਿਰ ਧਿਰ ਦੀ ਮੁਤਾਜੀ ਨਹੀਂ ਕਰਦੇ ਫਿਰਦੇ, ਉਹ ਫਿਰ ਟਿਕ ਜਾਂਦੇ ਹਨ। ਜਦ ਤੱਕ ਮਨ ਟਿਕਦਾ ਨਹੀਂ, ਮਨ ਮੰਨਦਾ ਨਹੀਂ, ਉਦੋਂ ਤੱਕ ਵੱਖ-ਵੱਖ ਦਰਾਂ ਤੇ ਜਾ ਜਾ ਕੇ ਆਪਣੇ ਦੁਖੜੇ ਰੋਂਦਾ ਹੈ। ਪਰ ਜੋ ਮਨ ਦਾ ਰੋਗ ਹੈ ਉਹ ਮਨ ਨੇ ਹੀ ਠੀਕ ਕਰਨਾ ਹੈ। ਜੋ ਰੋਗ ਅਸੀਂ ਲਾਏ ਹਨ ਉਹ ਅਸੀਂ ਹੀ ਠੀਕ ਕਰਨੇ ਹਨ, ਕਿਸੇ ਹੋਰ ਨੇ ਨਹੀਂ। ਗੁਰੂ ਸਾਹਿਬ ਸਾਨੂੰ ਸਿੱਖਿਆ ਦਿੰਦੇ ਹਨ ਕਿ ਐ ਭਾਈ ਮਨ ਨੂੰ ਠੀਕ ਕਰ, ਅਤੇ ਠੀਕ ਕਰਨ ਲਈ ਗੁਰੂ ਸਾਹਿਬ ਰਾਹ ਵੀ ਦੱਸਦੇ ਹਨ ਅਤੇ ਹੱਥ ਫੜ ਕੇ ਸਿਖਾਉਂਦੇ ਵੀ ਹਨ ਕਿ ਭਾਈ ਇਸ ਤਰ੍ਹਾਂ ਨਾਲ ਚੱਲ, ਇੰਜ ਜਪ, ਇੰਜ ਬੋਲ। ਅਤੇ ਸਭ ਤੋਂ ਵੱਡੀ ਗੱਲ, ਹੁਕਮ ਨੂੰ ਜ਼ਰੂਰ ਸਮਝ। ਹੁਕਮ ਨੂੰ ਸਮਝਿਆ ਹੀ ਪਤਾ ਲੱਗਦਾ ਹੈ ਕਿ ਦੁੱਖ ਵੀ ਜ਼ਿੰਦਗੀ ਦਾ ਅੰਗ ਹਨ, ਹਰੇਕ ਨੂੰ ਮਿਲਦੇ ਹਨ। ਪਰ ਜੇ ਮਨ ਗੁਰਬਾਣੀ ਨਾਲ ਜੁੜਿਆ ਹੋਏ, ਨਾਮ ਨਾਲ ਜੁੜਿਆ ਹੋਏ, ਤਾਂ ਮਨ ਇਹਨਾਂ ਤੋਂ ਉੱਤੇ ਹੋ ਕੇ ਖਿੜਦਾ ਹੈ। ਉਸ ਦੇ ਵਿਚਾਰ ਉੱਚੇ ਹੁੰਦੇ ਹਨ, ਸੋਚ ਉੱਚੀ ਹੁੰਦੀ ਹੈ, ਮੱਤ ਉੱਚੀ ਹੁੰਦੀ ਹੈ। ਉਹ ਸੋਚਦਾ ਹੈ ਜੋ ਆਣਾ ਹੈ ਉਸਨੇ ਆਣਾ ਹੀ ਹੈ, ਜੀ ਸਦਕੇ ਆਏ। ਅਤੇ ਅਸੀਂ ਇਤਿਹਾਸ ਵਿੱਚ ਪੜ੍ਹਿਆ ਹੈ ਕਿ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਵੀ ਕਿੰਨੇ ਸਾਰੇ ਦੁੱਖ ਆਏ, ਕਿੰਨੀਆਂ ਸਾਰੀਆਂ ਤਕਲੀਫਾਂ ਆਈਆਂ, ਪਰ ਉਹਨਾਂ ਨੇ ਜੀ ਕੇ ਸਾਨੂੰ ਸਿਖਾਇਆ ਕਿ ਦੁੱਖਾਂ ਨੂੰ ਕਿੰਜ ਨਜਿੱਠਣਾ ਹੈ। ਭਾਵ ਸੁੱਖ ਦੁੱਖ, ਭੇਦ ਭਾਵ, ਊਚ ਨੀਚ, ਉਸਤਤ ਨਿੰਦਾ ਆਦਿ ਇਹਨਾਂ ਸਭ ਤੋਂ ਉਤਾਰ ਰਹਿਣਾ ਹੈ, ਇਹਨਾਂ ਅੰਦਰ ਫਸਣਾ ਨਹੀਂ। ਅਤੇ ਸਾਨੂੰ ਇਹ ਵੀ ਸਿਖਾਇਆ ਕਿ ਉਸ ਇੱਕ ਨਾਲ ਜੁੜੇ ਰਹਿਣਾ ਹੈ, ਜਿਸ ਨਾਲ ਜੁੜ ਕੇ ਫਿਰ ਕਿਸੇ ਹੋਰ ਦਰ ਤੇ ਜਾਣ ਦੀ ਲੋੜ ਨਹੀਂ ਰਹਿ ਜਾਂਦੀ। ਕਿਉਂਕਿ ਰੱਬ ਦਾ ਦਰ ਇੱਕ ਐਸਾ ਦਰ ਹੈ ਜਿੱਥੋਂ ਸਭ ਦਾਤਾਂ ਮਿਲਦੀਆਂ ਹਨ, ਸਾਰੇ ਆਨੰਦ ਮਿਲਦੇ ਹਨ। ਇਸ ਲਈ ਜੋ ਇੱਕ ਦੇ ਰੰਗ ਵਿੱਚ ਰੰਗ ਜਾਏ, ਜੋ ਮਨ ਨਾਮ ਨੂੰ ਮੰਨ ਲੇ, ਫਿਰ ਉਹ ਦਰ ਦਰ ਦਾ ਭਿਖਾਰੀ ਨਹੀਂ ਰਹਿੰਦਾ, ਉਹ ਫਿਰ ਇੱਕ ਦਾ ਹੋ ਕੇ ਰਹਿੰਦਾ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਐਸਾ ਨਾਮ ਨਿਰੰਜਨ ਹੋਏ। ਭਾਵ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਐਡਾ ਉੱਚਾ ਹੈ ਕਿ ਇਸ ਵਿੱਚ ਜੁੜਨ ਵਾਲੇ ਵੀ ਉੱਚੇ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੋ ਕੋਈ ਮਨ ਨਾਮ ਨੂੰ ਮੰਨ ਲੇ। ਮੰਨਿਆ ਹੀ ਪਤਾ ਲੱਗਦਾ ਹੈ ਕਿ ਮੁਕਤੀ ਨਾਮ ਰਾਹੀਂ ਹੀ ਮਿਲਦੀ ਹੈ। ਜਦ ਮਨ ਅੰਦਰ ਰੱਬੀ ਗੁਣ ਆਉਂਦੇ ਹਨ ਤਾਂ ਮਨ ਨੂੰ ਬੰਧਨਾਂ ਵਿੱਚ ਪਾਉਣ ਵਾਲੇ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ, ਅਤੇ ਨਾਮ ਨਾਲ ਜੁੜਿਆ ਹੀ ਮਨ ਹੋਰਾਂ ਨੂੰ, ਭਾਵ ਪਰਿਵਾਰ ਨੂੰ ਜਾਂ ਹੋਰਾਂ ਨੂੰ ਸੰਸਾਰ ਸਾਗਰ ਤੋਂ ਪਾਰ ਹੋਣ ਬਾਰੇ ਪ੍ਰੇਰਦਾ ਹੈ। ਅਤੇ ਨਾਮ ਵਿੱਚ ਜੁੜਿਆ ਹੀ ਮਨ ਦਰ ਦਰ ਤੇ ਜਾਣਾ ਛੱਡਦਾ ਹੈ। ਜਦੋਂ ਤੱਕ ਮਨ ਰੱਬ ਨਾਲ ਨਾ ਜੁੜੇ ਉਦੋਂ ਤੱਕ ਮਨ ਦਰ ਦਰ ਭਟਕਦਾ ਹੈ, ਅਤੇ ਟਿਕਦਾ ਉਦੋਂ ਹੈ ਜਦ ਗੁਰੂ ਸਾਹਿਬ ਦੀ ਬਾਣੀ ਮਨ ਅੰਦਰ ਆਉਂਦੀ ਹੈ। ਇਹ ਬਾਣੀ, ਇਹ ਨਾਮ ਹੀ ਸਾਨੂੰ ਹਰ ਪਾਸੇ ਵਸਦੇ ਰੱਬ ਦੇ ਦਰਸ਼ਨ ਕਰਵਾਉਂਦੀ ਹੈ, ਜਿਸ ਨੂੰ ਦੇਖ ਕੇ ਮਨ ਫਿਰ ਟਿਕਦਾ ਹੈ, ਇੱਕ ਦਾ ਹੋ ਜਾਂਦਾ ਹੈ। ਤਾਂ ਅੰਤ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਮਨ ਜਾਣੈ ਮਨ ਕੋਇ। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਐਡਾ ਉੱਚਾ ਹੈ ਕਿ ਇਸ ਵਿੱਚ ਜੁੜਨ ਵਾਲਾ ਵੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ। ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਰੱਬੀ ਨਾਮ ਦੀ ਲਗਨ ਪੈਦਾ ਕਰੇ। ਲਗਨ ਪੈਦਾ ਕੀਤਿਆਂ ਭਾਵ ਮੰਨਿਆ ਹੀ ਪਤਾ ਲੱਗਦਾ ਹੈ ਕਿ ਸੱਚਮੁੱਚ ਇਸ ਨਾਮ ਅੰਦਰ ਕਿੰਨੀ ਤਾਕਤ ਹੈ, ਕਿੰਨਾ ਇਹ ਮਹਾਨ ਹੈ, ਜਿਸ ਦੇ ਮਨ ਵਿੱਚ ਆਉਂਦਿਆਂ ਹੀ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਮਨ ਆਨੰਦ ਨਾਲ ਭਰ ਜਾਂਦਾ ਹੈ, ਉਸ ਦੀਆਂ ਰਹਿਮਤਾਂ ਨਾਲ ਮਨ ਭਰ ਜਾਂਦਾ ਹੈ, ਸਾਡਾ ਜੀਵਨ ਆਨੰਦਮਈ ਹੋ ਜਾਂਦਾ ਹੈ। ਤਾਂ ਆਓ ਗੁਰੂ ਪਿਆਰਿਓ, ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ, ਬਾਣੀ ਪੜ੍ਹੀਏ, ਸਮਝੀਏ ਤੇ ਬਾਣੀ ਨੂੰ ਜੀਏ। ਇਹ ਬਾਣੀ ਹੀ ਨਾਮ ਹੈ ਅਤੇ ਨਾਮ ਨੂੰ ਅਸੀਂ ਪੜ੍ਹਨਾ ਹੈ, ਸਮਝਣਾ ਹੈ,
ਜੀਣਾ ਹੈ। ਧੰਨਵਾਦ। ਤਾਂ ਇਹ ਸੀ 15ਵੀਂ ਪੌੜੀ ਦੇ ਵਿਚਾਰ। ਇੱਥੇ ਮੰਨਣ ਵਾਲੀਆਂ 4 ਪੌੜੀਆਂ ਪੂਰੀਆਂ ਹੁੰਦੀਆਂ ਹਨ, ਜਿਸ ਵਿੱਚ ਗੁਰੂ ਸਾਹਿਬ ਨੇ ਬਹੁਤ ਹੀ ਸੋਹਣੇ ਢੰਗ ਨਾਲ ਇੱਕ ਇੱਕ ਗੁਣ ਬਾਰੇ ਸਮਝਾਇਆ ਜੋ ਮੰਨਣ ਰਾਹੀਂ ਮਨ ਨੂੰ ਪ੍ਰਾਪਤ ਹੁੰਦੇ ਹਨ। ਇਹ ਗੁਣ ਇੰਨੇ ਕੀਮਤੀ ਹਨ ਕਿ ਕਿਤੋਂ ਵੀ ਖਰੀਦੇ ਨਹੀਂ ਜਾ ਸਕਦੇ। ਪਰ ਇਹ ਗੁਰੂ ਸਾਹਿਬ ਦੀ ਕਿਰਪਾ ਦੇਖੋ ਕਿ ਉਹਨਾਂ ਨੇ ਬੇਸ਼ਕੀਮਤੀ ਗੁਣਾਂ ਬਾਰੇ ਨਾ ਸਿਰਫ ਦੱਸਿਆ, ਬਲਕਿ ਇਹਨਾਂ ਨੂੰ ਮਨ ਅੰਦਰ ਕਿੰਜ ਵਸਾਉਣਾ ਹੈ ਉਹਦਾ ਭੇਦ ਵੀ ਮਨ ਨੂੰ ਦਿੱਤਾ, ਉਸ ਬਾਰੇ ਵੀ ਗਿਆਨ ਦਿੱਤਾ। ਤਾਂ ਇਸ ਪੂਰੀ ਵਿਚਾਰ ਲਈ, ਮਿੱਠੀ ਤੇ ਗਿਆਨ ਭਰਪੂਰ ਬਾਣੀ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।